ਰਾਸ਼ਟਰਪਤੀ ਟਰੰਪ ਦੇ ਖਿਲਾਫ ਚੱਲ ਰਹੀ ਇੰਪੀਚਮੈਂਟ ਇਨਕੁਆਇਰੀ ਦੇ ਵਿੱਚ ਡੈਮੋਕ੍ਰੈਟਸ ਦਾ ਰੁਖ ਲਗਾਤਾਰ ਹਮਲਾਵਰ ਹੈ। ਬੰਦ ਕਮਰਾ ਅਗਵਾਈਆਂ ਤੋਂ ਬਾਅਦ ਹਾਊਸ ਸਪੀਕਰ ਨੇ ਇਸ ਬਾਰੇ ਵੋਟਿੰਗ ਕਰਾਉਣ ਦਾ ਫੈਸਲਾ ਵੀ ਕੀਤਾ ਹੈ। ਉਧਰ ਟਰੰਪ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਵੱਲੋਂ ਗਵਾਹੀ ਦੇਣ ਦੇ ਮਗਰੋਂ ਪੈਦਾ ਹੋਏ ਹਾਲਾਤ ਦੇ ਵਿੱਚ ਹੁਣ ਰਿਪਬਲਿਕਨ ਕੀ ਸੋਚ ਰਹੇ ਨੇ, ਆਓ ਜਾਣ ਲੈਂਦੇ ਹਾਂ। ਇਸ ਵੇਲੇ ਟਰੰਪ ਪ੍ਰਸ਼ਾਸਨ ਦੇ ਕਈ ਅਧਿਕਾਰੀ ਨੇ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਟਰੰਪ ਦੇ ਖਿਲਾਫ ਹੀ ਸਟੇਟਮੈਂਟਾਂ ਦਿੱਤੀਆਂ ਨੇ ਕਿ ਅਸੀਂ ਉਹ ਸਾਰੀ ਗੱਲ ਸੁਣੀ ਆ। ਤੁਸੀਂ ਕਿਵੇਂ ਸੋਚਦੇ ਪਏ ਹੋ? ਇਸ ਵੇਲੇ ਰੈਜ਼ੋਲੂਸ਼ਨ ਵੀ ਆ ਗਿਆ ਆ, ਉਹਨਾਂ ਨੇ ਨੈਂਸੀ ਪਲੋਸੀ ਨੇ ਹਾਊਸ ਸਪੀਕਰ ਜਿਹੜੇ ਨੇ ਉਹਨਾਂ ਨੇ ਇਹ ਲੈ ਆਂਦਾ ਔਰ ਇਹ ਸਾਰਾ ਕੀ ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਵੇਖੋ, ਮੈਂ ਸਭ ਤੋਂ ਪਹਿਲੇ ਤੇ ਤੁਹਾਨੂੰ ਦੱਸਣਾ ਚਾਹਾਂਗਾ, ਮੈਂ ਆਪਣੇ ਆਪ ਨੂੰ ਇੱਕ ਪੋਲੀਟੀਕਲ ਸਾਇੰਟਿਸਟ ਸਮਝਦਾ ਔਰ ਉਸ ਹਵਾਲੇ ਨਾਲ ਅਗਰ ਵੇਖਿਆ ਜਾਏ ਤਾਂ ਸਾਡੀ ਜਮਹੂਰੀਅਤ ਅਮਰੀਕਾ ਦੇ ਵਿੱਚ ਰਿਫਾਰਮ ਹੋ ਰਹੀ। ਡੋਨਲਡ ਟਰੰਪ ਸਾਹਿਬ ਦਾ ਜਿਤਨਾ ਇੱਕ ਰਿਫਾਰਮ ਦਾ ਹਿੱਸਾ ਸੀ, ਨੈਸ਼ਨਲਿਸਟ ਮੂਵਮੈਂਟ ਦਾ ਹਿੱਸਾ ਸੀ, ਕਿਉਂਕਿ ਉਹ ਇਸਟੈਬਲਿਸ਼ਮੈਂਟ ਦੇ ਅਗੇਂਸਟ ਆਏ ਔਰ ਇਸਟੈਬਲਿਸ਼ਮੈਂਟ ਦੇ ਕਾਫੀ ਬੰਦਿਆਂ ਨੂੰ ਡਿਫੀਟ ਕਰਕੇ ਆਏ। ਹੁਣ ਤੁਸੀਂ ਮੁਲਰ ਇਨਵੈਸਟੀਗੇਸ਼ਨ ਲਾਓ, ਰਸ਼ੀਅਨ ਇਨਵੈਸਟੀਗੇਸ਼ਨ ਲਾਓ, ਭਾਵੇਂ ਹੁਣ ਦੀ ਇੰਪੀਚਮੈਂਟ ਦੀ ਗੱਲ ਕਰੋ, ਤੇ ਤੁਸੀਂ ਨਜ਼ਰ ਉਹਦੇ 'ਚ ਇਹ ਆਉਂਦਾ ਕਿ ਪਿੱਛੇ ਡੈਮੋਕ੍ਰੇਟ ਪਾਰਟੀ ਦੇ ਕੋਲ ਆਕਸੀਜਨ ਕੋਈ ਨਹੀਂ, ਮੈਂਡੇਟ ਕੋਈ ਨਹੀਂ। ਇਸ ਟਾਈਮ ਅੱਗੋਂ 2020 ਇਲੈਕਸ਼ਨ ਆ ਰਿਹਾ, ਉਹ ਲਾਈਮ ਲਾਈਟ ਚਾਹੁੰਦੇ ਨੇ। ਹੁਣ ਉਹ ਭਾਵੇਂ ਜਿਸ ਤਰੀਕੇ ਨਾਲ ਗੇਨ ਕਰਨ ਦੀ ਕੋਸ਼ਿਸ਼ ਕਰਨ, ਭਾਵੇਂ ਦੂਜੇ ਪਾਸੇ ਤੁਸੀਂ ਵੇਖ ਰਹੇ ਹੋ, ਕਦੀ ਉਹ ਕਹਿੰਦੇ ਨੇ ਕਿ ਅਸੀਂ ਤੁਹਾਡੇ ਕ੍ਰੈਡਿਟ ਕਾਰਡ ਲੋਨ ਛੱਡਾਂਗੇ, ਕਦੀ ਕਹਿੰਦੇ ਨੇ ਅਸੀਂ ਤੁਹਾਡੇ ਸਟੂਡੈਂਟ ਲੋਨ ਮਾਫ ਕਰਾਂਗੇ, ਕਦੀ ਕਹਿੰਦੇ ਨੇ ਤੁਹਾਨੂੰ ਅਸੀਂ ਘਰ ਬੈਠੇ $1000 ਦਿਆ ਕਰਾਂਗੇ। ਇਹਦਾ ਮਤਲਬ ਹੈ ਕਿ ਪਾਰਟੀ ਦੇ ਕੋਲ ਮੈਂਡੇਟ ਕੋਈ ਨਹੀਂ। ਹੁਣ ਮੈਂ ਖਾਸ ਕਰ ਇਸ ਇੰਪੀਚਮੈਂਟ ਵਾਲੇ ਪਾਸੇ ਆਉਣਾ ਚਾਹੁੰਦਾ। ਯੂਕਰੇਨ ਦੇ ਪ੍ਰੈਜ਼ੀਡੈਂਟ ਇੱਥੇ ਜਨਰਲ ਅਸੈਂਬਲੀ, ਸਾਡੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਇਜਲਾਸ 'ਚ ਆਏ। ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਬਹਿ ਕੇ ਕਿਹਾ ਖੁਦ ਆਪ ਕਿ ਮੇਰੇ ਤੇ ਕੋਈ ਪ੍ਰੈਸ਼ਰ ਨਹੀਂ ਸੀ, ਮੇਰੇ ਕੋਲ ਕੋਈ ਐਸੀ ਗੱਲ ਨਹੀਂ ਕੀਤੀ ਗਈ। ਡੋਨਲਡ ਟਰੰਪ ਸਾਹਿਬ ਨੇ ਆਪਣੀ ਟੈਲੀਫੋਨਿਕ ਜਿਤਨੀਆਂ ਗੱਲਾਂ ਸਨ ਉਹ ਰਿਲੀਜ਼ ਕਰ ਦਿੱਤੀਆਂ, ਪਬਲਿਕ ਕਰ ਦਿੱਤੀਆਂ। ਉਸ ਤੋਂ ਬਾਅਦ ਜਿਹੜਾ ਕਾਂਗਰਸਮੈਨ ਸ਼ੈਫ ਜਿਹੜੇ ਨੇ ਉਹ ਇਨਵੈਸਟੀਗੇਸ਼ਨ ਕਰ ਰਹੇ ਨੇ ਮੁਖਤਲਿਫ ਬੰਦਿਆਂ ਤੋਂ, ਲੇਕਿਨ ਇਨਡੋਰ ਬੈਕਡੋਰ, ਔਰ ਉਹ ਕਹਿੰਦੇ ਅਸੀਂ ਆਪਣੀ ਮਰਜ਼ੀ ਦੀਆਂ ਚੀਜ਼ਾਂ ਬਾਹਰ ਦੱਸਾਂਗੇ। ਤੇ ਇੱਥੋਂ ਨਜ਼ਰ ਆ ਰਿਹਾ ਕਿ ਇਸ ਵਾਏ ਇੱਕ ਮੇਰਾ ਮਕਸਦ ਹੈ, ਜਿਸ ਤਰ੍ਹਾਂ ਅੱਗੇ ਡੋਨਲਡ ਟਰੰਪ ਕਹਿੰਦੇ ਸਨ ਕਿ ਵਿਚ ਹੰਟ ਹੈ, ਇਸ ਤੋਂ ਇਲਾਵਾ ਕੁਝ ਵੀ ਨਹੀਂ ਹੈ। ਔਰ ਇਸ ਤੋਂ ਬਾਅਦ ਇੱਕ ਹੋਰ ਵੀ ਤੁਹਾਨੂੰ ਦੱਸਾਂਗਾ, ਸੈਨੇਟ 'ਚ ਕਿਉਂਕਿ ਇਸ ਟਾਈਮ ਰਿਪਬਲਿਕਨ ਪਾਰਟੀ ਦੀ ਮੈਜੋਰਿਟੀ ਹੈ ਔਰ ਸੈਨੇਟ ਨੇ ਖੁਦ ਨੈਂਸੀ ਪਲੋਸੀ ਜਿਹੜੀ ਸਾਡੀ ਸਪੀਕਰ ਉਹਨਾਂ ਨੂੰ ਲੈਟਰ ਲਿਖਿਆ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਕਾਂਗਰਸ ਦਾ ਟਾਈਮ ਜ਼ਾਇਆ ਨਾ ਕਰੋ। ਅਗਰ ਤੁਸੀਂ ਇਹ ਪਾਸ ਕਰਕੇ ਸੈਨੇਟ ਦੇ ਵਿੱਚ ਭੇਜੋਗੇ ਅਸੀਂ ਉਹਨੂੰ ਰਿਜੈਕਟ ਕਰਾਂਗੇ। ਤੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਡੈਮੋਕ੍ਰੇਟ ਪਾਰਟੀ ਇਜ਼ ਸਫਰਿੰਗ ਇਸ਼ੂ ਆਫ ਮੈਂਡੇਟ, ਪਬਲਿਕ ਸਪੋਰਟ, ਔਰ 2020 ਦੇ ਇਲੈਕਸ਼ਨ 'ਚ ਵਾਸਤੇ ਸਿਰਫ ਲਾਈਮਲਾਈਟ ਚਾਹੁੰਦੇ ਨੇ, ਇਸ ਤੋਂ ਇਲਾਵਾ ਕੁਝ ਵੀ ਨਹੀਂ। ਡੋਨਲਡ ਟਰੰਪ ਇਜ਼ ਨਾਟ ਗੋਇੰਗ ਐਨੀਵੇਅਰ, ਇਕਾਨਮੀ ਇਜ਼ ਬੂਮਿੰਗ, ਅਨਇੰਪਲੋਇਮੈਂਟ ਇਜ਼ 3.7% ਔਰ ਉਹਨਾਂ ਦੀ ਫਾਰਨ ਪਾਲਿਸੀ ਵੀ ਕਾਮਯਾਬ ਹੈ। ਔਰ ਡੋਨਲਡ ਟਰੰਪ ਸਾਹਿਬ ਅਗਰ ਤੁਸੀਂ ਮੁਖਤਲਿਫ ਪੋਲ ਵੇਖੋ ਤਾਂ ਹੀ ਲੁਕਸ ਲਾਈਕ ਵਿਨਿੰਗ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਅਗੇਨ ਇਨ 2020। ਜੇ ਅੱਜ ਦੀ ਰਿਪੋਰਟ ਸੀ ਦੇਖੀਏ ਤਾਂ ਉਹਨਾਂ ਦੇ ਵਿੱਚ ਹੈਗਾ ਕਿ ਅਮਰੀਕਨ ਇਕੋਨਮੀ ਸਲੋ ਹੋਣੀ ਸ਼ੁਰੂ ਹੋ ਗਈ ਹੈ, ਨੰਬਰ 1। ਨੰਬਰ 2 ਜੇ ਦੇਖੀਏ ਤਾਂ ਤੁਹਾਡਾ ਇਹ ਹੈਗਾ ਕਿ ਨਿਰਾ ਜਿਹੜਾ ਆ 2020 ਦੀਆਂ ਇਲੈਕਸ਼ਨ ਦੇ ਬਾਰੇ ਹੀ ਇਹ ਚੱਲ ਰਿਹਾ ਆ, ਕਿਉਂਕਿ ਡੈਮੋਕ੍ਰੈਟਿਕ ਪਾਰਟੀ ਕੋਲ ਮੁੱਦੇ ਨਹੀਂ ਹੈਗੇ, ਉਹ ਇਹਨੂੰ ਮੁੱਦਾ ਹੀ ਵਜੋਂ ਉਭਾਰਨਾ ਚਾਹੁੰਦਾ। ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਇਸ ਵੇਲੇ ਫੰਡ ਨੇ ਜਾਂ ਜਿਹੜਾ ਇਸ ਵੇਲੇ ਜੋ ਬਾਈਡਨ ਦੀ ਗੱਲ ਕਰ ਰਹੇ ਆ ਐਜ਼ ਕੰਪੇਅਰ ਟੂ ਜਿੰਨਾ ਰਿਪਬਲਿਕਨ ਪਾਰਟੀ ਨੇ ਇਲੈਕਸ਼ਨ ਫੰਡ ਇਕੱਠਾ ਕਰ ਰਿਹਾ, ਅਤੇ ਜੇ ਇਹਦੇ ਮੁਕਾਬਲੇ 'ਤੇ ਤੁਸੀਂ ਡੈਮੋਕ੍ਰੈਟਿਕ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੋਨਾਂ ਚੀਜ਼ਾਂ? ਵੇਖੋ, ਇਸ ਟਾਈਮ ਤੁਸੀਂ ਜ਼ਾਤੀ ਤੌਰ 'ਤੇ ਅਗਰ ਮੇਰੇ ਕੋਲ ਪੁੱਛੋ ਕਿ ਜੋ ਬਾਈਡਨ ਇੰਸਟੈਡ ਆਫ ਓਫੈਂਸਿਵ ਹੀ ਇਜ਼ ਡਿਫੈਂਸਿਵ। ਹੰਟਰ ਬਾਈਡਨ ਜਿਹੜਾ ਕਿ ਜਿਨ੍ਹਾਂ ਦੇ ਬਾਰੇ 'ਚ ਕਿਸੇ ਨੂੰ ਪਹਿਲੇ ਚੀਜ਼ਾਂ ਦਾ ਪਤਾ ਹੀ ਨਹੀਂ ਸੀ ਬੰਦਿਆਂ ਨੂੰ ਕਿ ਹੰਟਰ ਬਾਈਡਨ ਔਰ ਜਾਨ ਕੈਰੀ ਦਾ ਮੁੰਡਾ ਜਿਹੜਾ ਕਿਸ ਤਰੀਕੇ ਨਾਲ ਕਰਪਸ਼ਨ 'ਚ ਇਨਵੋਲਵ ਸਨ, ਕਿਸ ਤਰੀਕੇ ਨਾਲ ਜੋ ਬਾਈਡਨ ਉਹਨਾਂ ਦਾ ਮੁੰਡਾ ਨੇਵੀ ਦੇ ਵਿੱਚੋਂ ਡਿਸਆਨਰਲੀ ਡਿਸਚਾਰਜ ਹੋਇਆ ਸੀ। ਇਹ ਪਹਿਲੇ ਪਬਲਿਕ ਨੂੰ ਨਹੀਂ ਸੀ ਪਤਾ, ਲੇਕਿਨ ਹੁਣ ਉਹ ਖੁੱਲ੍ਹ ਕੇ ਸਾਹਮਣੇ ਲੈ ਆਏ ਨੇ ਇਹਨਾਂ ਚੀਜ਼ਾਂ ਨੂੰ। ਔਰ ਤੁਸੀਂ ਮਜ਼ੀਦ ਵੇਖੋਗੇ ਕਿ ਜਿਸ ਟਾਈਮ ਇਲੈਕਸ਼ਨ ਦੇ ਵਿੱਚ ਡਿਬੇਟ ਸ਼ੁਰੂ ਹੋਣੀਆਂ ਨੇ ਜੋ ਬਾਈਡਨ ਦੇ ਤੇ ਔਰ ਕਰਪਸ਼ਨ 8 ਸਾਲ ਦੀ, ਬਲਕਿ ਮੈਂ ਤੁਹਾਡੇ ਵੇਖਣ ਵਾਲਿਆਂ ਨੂੰ ਇਹ ਵੀ ਦੱਸਾਂਗਾ ਕਿ ਓਬਾਮਾ ਸਾਹਿਬ ਆਪ ਜਾ ਕੇ ਚੱਲ ਕੇ ਉਹਨਾਂ ਨੇ ਜੋ ਬਾਈਡਨ ਨੂੰ ਕਿਹਾ ਸੀ ਇਲੈਕਸ਼ਨ ਨਾਲ ਲੜ, ਕਿਉਂਕਿ ਉਹਦੀ ਵਜ੍ਹਾ ਹੈ ਕਿ 8 ਸਾਲ ਦੀਆਂ ਕਰਪਸ਼ਨ ਤੇ ਚੀਜ਼ਾਂ ਬਾਹਰ ਆ ਜਾਣਗੀਆਂ। ਹੁਣ ਵੇਖੋ ਨਾ ਕਿਸ ਤਰੀਕੇ ਨਾਲ ਹੰਟਰ ਬਾਈਡਨ ਔਰ ਜਾਨ ਕੈਰੀ ਦਾ ਮੁੰਡਾ ਜਿਹੜਾ, ਹਾਲਾਂਕਿ ਦੋਵਾਂ ਦਾ ਕੋਈ ਐਨਰਜੀ ਦੇ ਨਾਲ ਬੈਕਗਰਾਊਂਡ ਕੋਈ ਨਹੀਂ। ਉਹ ਜੋ ਬਾਈਡਨ ਜਿਹੜਾ ਉਹ $1.5 ਬਿਲੀਅਨ ਚਾਈਨਾ ਤੋਂ ਕੰਸਲਟਿੰਗ ਦਾ ਲੈ ਕੇ ਆਇਆ ਵਾਪਸ, ਔਰ ਇੱਥੋਂ ਬਿਲਕੁਲ ਇਸੇ ਤਰੀਕੇ ਨਾਲ ਇਹ ਯੂਕਰੇਨੀਅਨ ਕੰਪਨੀ ਨੂੰ ਵੀ ਦੇ ਹੈਵ ਬਿਨ ਮੇਕਿੰਗ ਮਨੀ। ਜਾਨ ਕੈਰੀ ਜਿਹੜਾ ਕਿ ਉਸ ਟਾਈਮ ਦੇ ਸਿਟਿੰਗ ਸੈਕਟਰੀ ਆਫ ਸਟੇਟ ਸਨ, ਕਿਸ ਤਰੀਕੇ ਨਾਲ ਮੇਰਾ ਮਕਸਦ ਹੈ ਕਿ ਇਹ ਕਰਪਸ਼ਨ ਦੀਆਂ ਚੀਜ਼ਾਂ ਕਰਦੇ ਰਹੇ ਨੇ। ਇਹ ਸਾਰੀਆਂ ਮਜ਼ੀਦ ਚੀਜ਼ਾਂ ਬਾਹਰ ਆਉਣਗੀਆਂ ਔਰ ਇਹਨਾਂ ਚੀਜ਼ਾਂ ਦੀ ਵਜ੍ਹਾ ਤੋਂ ਮੈਂ ਤੁਹਾਨੂੰ ਕਹਿ ਰਿਹਾ ਸਾਂ ਕਿ ਡੋਨਲਡ ਟਰੰਪ ਵਾਸਤੇ ਇਲੈਕਸ਼ਨ ਜਿੱਤਣਾ ਇਤਨਾ ਮੁਸ਼ਕਿਲ ਨਹੀਂ ਹੈ। ਸ਼ੁਕਰੀਆ। ਹੁਣ ਜਦੋਂ ਹਾਊਸ ਦੇ ਵਿੱਚ ਇਸ ਇੰਪੀਚਮੈਂਟ ਦੀ ਸਾਰੀ ਕਾਰਵਾਈ ਉੱਪਰ ਵੋਟਿੰਗ ਦੇ ਵਿੱਚ ਥੋੜ੍ਹੀ ਦੇਰ ਬਾਕੀ ਹੈ, ਅਤੇ ਇਹ ਦੇਖਣਾ ਹੋਵੇਗਾ ਕਿ ਜਿਹੜੀਆਂ ਗੱਲਾਂ ਰਿਪਬਲਿਕਨ ਪਾਰਟੀ ਦੇ ਪੈਰੋਕਾਰ ਕਰਦੇ ਨੇ ਉਹ, ਅਤੇ ਜਿਹੜੀ ਡੈਮੋਕ੍ਰੈਟਿਕ ਪਾਰਟੀ ਇਸ ਚੀਜ਼ ਨੂੰ ਲੈ ਕੇ ਅੱਗੇ ਵਧ ਰਹੀ ਆ,
ਇਹਦੇ ਤੇ VOTING ਹੋ ਰਹੀ ਆ। ਔਰ ਜਿਵੇਂ ਸਾਜਦ ਤਾਰੜ ਜੀ ਨੇ ਦੱਸਿਆ ਹੈ ਕਿ ਜੇ ਇਹ ਹਾਊਸ ਦੇ ਵਿੱਚੋਂ ਕਿਸੇ ਤਰੀਕੇ ਨਾਲ ਗੱਲ ਅੱਗੇ ਤੁਰ ਵੀ ਜਾਂਦੀ ਆ ਤੇ ਸੈਨੇਟ ਦੇ ਵਿੱਚੋਂ ਇਹਦੇ ਅੱਗੇ ਤੁਰਨ ਦੀ ਕੋਈ ਆਸ ਨਹੀਂ ਆ। ਸੋ ਕਾਫੀ ਹੱਦ ਤੱਕ ਇਹ ਇੱਕ ਰਾਜਨੀਤਿਕ ਮੁੱਦਾ ਬਣਿਆ ਹੋਇਆ ਹੈ। ਆਉਂਦੇ ਦਿਨਾਂ ਦੇ ਵਿੱਚ ਇਹ ਕਿਸ ਪਾਸੇ ਨੂੰ ਜਾਂਦਾ ਹੈ, ਇਹ ਸਾਡੇ ਸਾਰੇ ਦਰਸ਼ਕਾਂ ਦੀ ਦਿਲਚਸਪੀ ਦਾ ਕਾਰਨ ਜ਼ਰੂਰ ਬਣਿਆ ਰਹੇਗਾ। ਸੁਖਪਾਲ ਸਿੰਘ ਧਨੋਆ, ਵਾਸ਼ਿੰਗਟਨ DC ਬਿਊਰੋ, PTC ਨਿਊਜ਼।